ਅਤੇ ਉਹ ਹੁਕਮਨਾਮਾ ਜੋ ਜੀਵਨ ਦੇ ਲਈ ਸੀ ਉਹ ਮੇਰੇ ਲਈ ਮੌਤ ਦਾ ਕਾਰਨ ਦਿਖਾਈ ਦਿੱਤਾ। ਐਂਡ ਦਾ ਕਮਾਂਡਮੈਂਟ which was to bring life I found to bring death। ਕਿਉਂ ਜੋ ਪਾਪ ਦੇ ਦਾਅ ਪਾ ਕੇ ਹੁਕਮਨਾਮੇ ਦੇ ਰਾਹੀਂ ਹੀ ਮੈਨੂੰ ਧੋਖਾ ਦਿੱਤਾ ਅਤੇ ਉਸ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ। For sin taking possession by the commandment deceived me and by it killed me। ਸੋ ਸਰਾ ਪਵਿੱਤਰ ਹੈ ਅਤੇ ਹੁਕਮਨਾਮਾ ਪਵਿੱਤਰ ਹੈ ਅਤੇ ਯਥਾਰਥ ਤੇ ਚੰਗਾ ਹੈ। Therefore the law is holy and the commandment is holy and just and good। ਹੁਣ ਉਹ ਚੰਗਾ ਹੈ ਕਿ ਮੇਰੇ ਲਈ ਮੌਤ ਹੋਇਆ ਨਹੀਂ, ਕਦੇ ਨਹੀਂ, ਪਰ ਬਈ ਉਹ ਪਾਪ ਹੀ ਮਾਲੂਮ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅਤ ਬੁਰਾ ਠਹਿਰੇ। Has then what is good become death to me? Certainly not, but sin that is might appear sin was producing death in me through what is good, so that sin through the commandment might become exceedingly sinful। ਅਸੀਂ ਜਾਣਦੇ ਤੇ ਹਾਂ ਜੋ ਸਰਾ ਆਤਮਿਕ ਹੈ ਪਰ ਮੈਂ ਸਰੀਰਕ ਅਤੇ ਪਾਪਾਂ ਦੇ ਹੱਥ ਵਿਕਿਆ ਹੋਇਆ ਹਾਂ। For I know the law is spiritual, but I am carnal sold under sin। ਮੈਂ ਨਹੀਂ ਜਾਣਦਾ ਕਿ ਕੀ ਕਰਾਂ, ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ, ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਰਣਾ ਆਉਂਦੀ ਹੈ। For what I am doing I do not understand, for what I will do that I do not practice, but what I hate that I do। ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਸਰਾ ਨੂੰ ਮੰਨ ਲੈਂਦਾ ਹਾਂ ਬਈ ਉਹ ਚੰਗੀ ਹੈ। If then I do what I will to do, I agree with the law that it is good। ਸੋ ਹੁਣ ਮੈਂ ਤਾਂ ਕਰਨ ਵਾਲਾ ਨਹੀਂ, ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵਸਦਾ ਹੈ। But now it is no longer I would it I who do it, but sin that dwells in me। ਮੈਂ ਜਾਣਦਾ ਤਾਂ ਹਾਂ ਬਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਸ ਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਹੈ ਕਿ ਨਹੀਂ। For I know that in me, that is in my flesh, nothing good dwells। For to will is present with me, but how to perform what is good I do not find। ਜਿਹੜੀ ਭਲਾਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਸਗੋਂ ਜਿਹੜੀ ਬੁਰਾਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ। For the good that I will to do I do not do, but the evil I will not to do that I practice। ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਹਾਂ ਤਾਂ ਕਰਨ ਵਾਲਾ ਮੈਂ ਨਹੀਂ, ਸਗੋਂ ਪਾਪ ਹੈ ਜੋ ਮੇਰੇ ਵਿੱਚ ਵਸਦਾ ਹੈ। Now if I do what I will not to do, it is no longer I who do it, but sin that dwells in me। ਸੋ ਮੈਂ ਇੱਕ ਕਾਨੂੰਨ ਦੇਖਦਾ ਹਾਂ ਬਈ ਜਦ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਤਦ ਬੁਰਾਈ ਹਾਜ਼ਰ ਹੁੰਦੀ ਹੈ। I find them a law that evil is present with me, the one who wills to do good। ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ਰ ਦੇ ਕਾਨੂੰਨ ਵਿੱਚ ਆਨੰਦਿਤ ਹੁੰਦਾ। ਆਪਣੀ ਅੰਦਰਲੀ ਇਨਸਾਨੀਅਤ ਦੇ ਅਨੁਸਾਰ ਪਰਮੇਸ਼ਰ ਦੇ ਕਾਨੂੰਨ ਵਿੱਚ ਆਨੰਦਿਤ ਹੁੰਦਾ। For I delight in the law of God according to the inward man। ਪਰ ਮੈਂ ਆਪਣੇ ਅੰਗ ਇੱਕ ਹੋਰ ਕਾਨੂੰਨ ਵੀ ਦੇਖਦਾ ਜੋ ਮੇਰੀ ਬੁੱਧੀ ਤੇ ਕਾਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਹ ਪਾਪ ਦੇ ਕਾਨੂੰਨ ਦੇ ਜੋ ਮੇਰੀਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ। But I see another law in my members
warring against the law of my mind and bringing me into capacity to the law of sin which is in my members। मैं किड्डा मदभागी मनुख हाँ, कौन मैनू इस मौत दे शरीर तो छुड़ावेगा। ओ wretched man that I am, who will deliver me from this body of death। ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ਰ ਦਾ ਧੰਨਵਾਦ ਹੋਵੇ, ਜੋ ਮੈਂ ਆਪ ਆਪਣੀ ਬੁੱਧ ਨਾਲ ਪਰਮੇਸ਼ਰ ਦੇ ਕਾਨੂੰਨ ਦੀ ਗੁਲਾਮੀ ਕਰਦਾ, ਪਰ ਸਰੀਰ ਨਾਲ ਪਾਪ ਦੇ ਕਾਨੂੰਨ ਦੀ। I thank God through Jesus Christ our Lord। So then, with the mind, I myself serve the law of God, but with the flesh, the law of sin। ਸੋ ਪਰਮੇਸ਼ਰ ਦੇ ਪਿਆਰਿਓ, ਈਸ਼ਵਰ ਦੇ ਪਿਆਰਿਓ, ਯਿਸੂ ਦੇ ਪਿਆਰਿਓ, ਇਸ ਸਰਾ ਦੇ ਅਸਲੀ ਪ੍ਰਯੋਜਨ ਦੇ ਟਾਈਟਲ ਵਿੱਚ ਸੁਹਾਗਣ ਰੂਹਾਂ ਲਈ ਭਾਵ ਪ੍ਰਭੂ ਨਾਲ ਜੁੜੀਆਂ ਹੋਈਆਂ ਲਈ ਤਾਂ ਅੰਮ੍ਰਿਤ ਦੀ ਧਾਰਾ ਬਹਿ ਰਹੀ ਹੈ। ਬਸ ਕੋਈ ਇਸ ਅੰਮ੍ਰਿਤ ਦੀ ਧਾਰਾ ਨੂੰ ਪੀਵਣ ਵਾਲਾ ਕੋਈ ਪੂਰਨ ਜਗਿਆਸੂ ਹੋਣਾ ਚਾਹੀਦਾ ਹੈ, ਜੋ ਇਸ ਨੂੰ ਆਪਣੀ ਸਮਝ ਵਿੱਚ ਲੈ ਆਵੇ ਔਰ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਲਵੇ। ਦੇਖੋ, ਪਹਿਲੀ ਮਤੀ ਵਿੱਚ ਹੀ ਗੱਲ ਇੱਥੋਂ ਸ਼ੁਰੂ ਕੀਤੀ ਹੈ ਕਿ ਸਾਰਾ ਜਨੀ ਸਮਾਜ ਨੂੰ ਜਾਣੋ। ਬਈ ਅਸੀਂ ਅਲੱਗ-ਅਲੱਗ ਧਰਮਾਂ ਫਿਰਕਿਆਂ ਵਿੱਚ ਰਹਿੰਦੇ ਹੋਏ ਸਾਰਾ ਸਮਾਜ ਦੇ ਕਾਨੂੰਨਾਂ ਅੰਦਰ ਬੰਦੇ ਹੋਏ ਹਾਂ ਔਰ ਇਹਨਾਂ ਸਾਰਾ ਸਮਾਜ ਦੇ ਕਾਨੂੰਨਾਂ ਦੀ ਚਾਰ ਦੁਆਰੀ ਦੇ ਅੰਦਰ ਘਿਰੇ ਹੋਏ ਹਾਂ। ਆਪਣੇ ਆਪਣੇ ਧਰਮਾਂ ਦੇ ਕੁੜਲਿਆਂ ਵਿੱਚ ਬੈਠੇ ਆਪਣੀ ਆਪਣੀ ਬੋਲੀ ਬੋਲ ਰਹੇ ਹਾਂ। ਪਰ ਬਾਈਬਲ ਦੀ ਬਾਣੀ ਕਹਿ ਰਹੀ ਹੈ, I speak to those who know the law। ਇਹ ਉਹਨਾਂ ਲਈ ਬੋਲਿਆ ਜਾ ਰਿਹਾ ਹੈ ਜੋ ਸਮਾਜ ਸਾਰਾ ਦੇ ਕਾਨੂੰਨ ਨੂੰ ਜਾਣਦੇ ਹਨ। ਸੁਹਾਗਣ ਅਤੇ ਦੁਹਾਗਣ। ਸੁਹਾਗਣ ਅਤੇ ਦੁਹਾਗਣ ਦੋ ਤਰ੍ਹਾਂ ਦੇ ਸ਼ਬਦ ਹਨ ਜਿਨ੍ਹਾਂ ਦਾ ਮਤਲਬ ਆਪ ਭਲੀ ਭਾਂਤ ਜਾਣਦੇ ਹੋ। ਸੁਹਾਗਣ ਸਮਾਜ ਵਿੱਚ ਉਹ ਗਿਣੀ ਜਾਂਦੀ ਹੈ ਜੋ ਆਪਣੇ ਪਤੀ ਭਰਤਾ ਦੇ ਰੰਗ ਵਿੱਚ ਰੰਗੀ ਹੋਈ ਹੁੰਦੀ ਹੈ ਔਰ ਪਰਮਾਰਥ ਵਿੱਚ ਉਹ ਆਤਮਾ ਜੋ ਪਰਮਾਤਮਾ ਦੇ ਰੰਗ ਵਿੱਚ ਰੰਗੀ ਹੁੰਦੀ ਹੈ। ਦੁਹਾਗਣ ਸਮਾਜ ਵਿੱਚ ਉਹ ਮੰਨੀ ਜਾਂਦੀ ਹੈ ਜੋ ਆਪਣੇ ਪਤੀ ਨੂੰ ਛੱਡ ਕੇ ਦੂਸਰਿਆਂ ਨਾਲ ਤੁਰੀ ਕਰਦੀ ਹੈ ਔਰ ਪਰਮਾਰਥ ਵਿੱਚ ਦੁਹਾਗਣ ਰੂਹਾਂ ਉਹ ਹਨ ਜੋ ਪ੍ਰਭੂ ਪਰਮੇਸ਼ਰ ਨਾਲੋਂ ਵਿਛੜੀਆਂ ਹੋਈਆਂ ਹਨ, ਆਪਣੇ ਅਸਲੀ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ। ਸੁਹਾਗਣ ਰੂਹਾਂ ਨੂੰ ਇਸ ਸਾਰਾ ਸਮਾਜ ਦੀ ਪਰਵਾਹ ਨਾ ਕਰਦਿਆਂ ਹੋਇਆਂ ਪ੍ਰਭੂ ਪਰਮੇਸ਼ਰ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਮਤਲਬ ਇਸ ਸਭ ਮਤੀਆਂ ਦੇ ਮਤਲਬ ਦਾ ਨਿਚੋੜ ਦਾਸ ਨੇ ਇਹ ਕੱਢਿਆ ਹੈ ਕਿ ਇਹ ਸਾਰਾ ਸਮਾਜ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜੀਵ ਨੂੰ ਚਾਹੀਦਾ ਹੈ ਕਿ ਉਹ ਹੱਥ ਕਾਰ ਵੱਲ ਔਰ ਅੱਖ ਯਾਦ ਰੱਖੇ, ਮਤਲਬ ਪਰਮੇਸ਼ਰ ਵੱਲ, ਈਸ਼ਵਰ ਵੱਲ ਆਪਣਾ ਧਿਆਨ ਰੱਖੇ। ਮਤਲਬ ਇਸ ਸੰਸਾਰ ਵਿੱਚ ਆਪਣੇ ਕਾਰ ਵਿਹਾਰ ਕਰਦੇ ਹੋਏ, ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦੇ ਹੋਏ, ਆਪਣੇ ਪਰਿਵਾਰ ਨੂੰ ਪਾਲਦੇ ਹੋਏ, ਆਪਣੀਆਂ ਸੰਸਾਰੀ ਸਭ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਪਣਾ ਧਿਆਨ ਪਰਮਾਤਮਾ ਦੀ ਇਬਾਦਤ ਬੰਦਗੀ ਵੱਲ ਰੱਖੇ ਔਰ ਇਸ ਸੰਸਾਰੀ ਸਾਰਾ ਸਮਾਜ ਦੇ ਕਾਨੂੰਨਾਂ ਵਿੱਚ ਜ਼ਿਆਦਾ ਨਾ ਪਲਝੇ। ਇਸੇ ਤਰ੍ਹਾਂ ਬਾਈਬਲ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਤੁਸੀਂ ਸਾਰਾ ਸਮਾਜ ਨਾਲ ਆਪਣਾ ਸੰਬੰਧ ਤੋੜ ਲਓ ਔਰ ਪ੍ਰਭੂ ਯਿਸੂ ਮਸੀਹ ਦੇ ਹੋ ਜਾਓ ਤਾਂ ਜੋ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸਾਨੂੰ ਸਾਰਾ ਸਮਾਜ ਵੱਲੋਂ ਛੁੱਟ ਕੇ ਇਸ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਆਤਮਾ ਦੇ ਕਹੇ ਮੁਤਾਬਕ ਚੱਲ ਕੇ ਆਤਮਾ ਦਾ ਪਰਮਾਤਮਾ ਪ੍ਰਭੂ ਪਰਮੇਸ਼ਰ ਨਾਲ ਮਿਲਾਪ ਕਰ ਲੈਣਾ ਚਾਹੀਦਾ ਹੈ। ਈਸ਼ਵਰ ਅੱਲਾਹ ਗੜ ਨਾਲ ਮਿਲਾਪ ਕਰ ਲੈਣਾ ਚਾਹੀਦਾ ਹੈ। ਸਾਨੂੰ ਸਾਰਾ ਸਮਾਜ ਨੂੰ ਗਲਤ ਨਹੀਂ ਸਮਝਣਾ ਚਾਹੀਦਾ, ਪਰ ਇਸ ਵਿੱਚ ਪਲਚਣਾ ਵੀ ਨਹੀਂ ਚਾਹੀਦਾ। ਇਸ ਸਾਰਾ ਸਮਾਜ ਨੇ ਹੀ ਤਾਂ ਪਾਪ ਔਰ ਲੋਭ ਲਾਲਚ ਦੀ ਪਹਿਚਾਨ ਕਰਾਈ ਹੈ। ਬੁਰੇ ਔਰ ਭਲੇ ਦਾ ਅਰਥ ਹੀ ਇਸ ਤੋਂ ਸਮਝ ਆਉਂਦਾ ਹੈ। ਸੁਚੇਤ ਔਰ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਕਿ ਇਸ ਕਾਲ ਦੇ ਇਸ ਸਥਾਨ ਦੇ ਹੁਕਮਨਾਮੇ ਵਿੱਚ ਆ ਕੇ ਅਸੀਂ ਪਾਪਾਂ ਔਰ ਵਿਸ਼ੇ ਵਿਕਾਰਾਂ ਦਾ ਬੋਝ ਇਕੱਠਾ ਨਾ ਕਰ ਲਈਏ ਜੋ ਸਾਡਾ ਹਰ ਵਕਤ ਨੁਕਸਾਨ ਕਰਦਾ ਹੈ। ਜਦ ਪਾਪ ਹੈਵੀ ਹੋ ਜਾਂਦਾ ਹੈ
ਔਰ ਅਸੀਂ ਪਾਪ ਦੀ ਰਾਹ ਤੇ ਚੱਲ ਪੈਂਦੇ ਹਾਂ ਔਰ ਸਾਨੂੰ ਪਿੱਛੇ ਮੁੜਨਾ ਮੁਸ਼ਕਲ ਹੋ ਜਾਂਦਾ ਹੈ ਔਰ ਅਸੀਂ ਜਿਉਂਦੇ ਹੀ ਪਰਮੇਸ਼ਰ ਦਾ ਨਾਮ ਨਾ ਲੈ ਕੇ ਬੁਰਾਈਆਂ ਵਿੱਚ ਫਸ ਜਾਂਦੇ ਹਾਂ। ਇਹ ਹੈ ਕਿ ਜਿਹੜਾ ਜੀਵਨ ਸਾਨੂੰ ਪਰਮੇਸ਼ਰ ਦੀ ਇਬਾਦਤ ਕਰਨ ਲਈ ਮਿਲਿਆ ਹੈ ਉਹ ਜਨਮ ਅਸੀਂ ਲੋਭ ਲਾਲਚ ਖੁਰਾਪਾਤ ਔਰ ਸਰਾ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਲਗਾ ਦਿੰਦੇ ਹਾਂ ਔਰ ਜੁਆਰੀਏ ਦੀ ਤਰ੍ਹਾਂ ਸੰਸਾਰ ਰੂਪੀ ਜੂਏ ਵਿੱਚ ਹਾਰ ਕੇ ਚਾਦਰ ਝਾੜ ਕੇ ਅਸੀਂ ਵਾਪਸ ਪਰਤ ਜਾਂਦੇ ਹਾਂ। ਇਹ ਸਾਰਾ ਸਮਾਜ ਔਰ ਹੁਕਮਨਾਮੇ ਉਹਨਾਂ ਲਈ ਪਵਿੱਤਰ ਸਾਬਤ ਹੁੰਦੇ ਹਨ ਜੋ ਇਹਨਾਂ ਤੋਂ ਸਬਕ ਲੈ ਕੇ ਪ੍ਰਭੂ ਪਰਮੇਸ਼ਰ ਦੇ ਡਰ ਭੈ ਵਿੱਚ ਰਹਿ ਕੇ ਈਸ਼ਵਰ ਅੱਲਾਹ ਗॉड ਦੇ ਡਰ ਭੈ ਵਿੱਚ ਰਹਿ ਕੇ ਇਸ ਸਿੱਖ ਦੀ ਇਬਾਦਤ ਕਰਦੇ ਹਨ। ਅਸੀਂ ਸਭ ਜਾਣਦੇ ਹਾਂ ਕਿ ਸਾਰਾ ਆਤਮਿਕ ਹੈ ਪਰ ਸਰੀਰਕ ਔਰ ਪਾਪਾਂ ਦੇ ਹੱਥ ਵਿਕੇ ਹੋਏ ਹਨ। We all know the law is spiritual, but we are carnal, sold under sin. ਇਸ ਕਰਕੇ ਸਾਨੂੰ ਜੀਵਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ। ਅਸੀਂ ਪਰਮੇਸ਼ਰ ਦੀ ਨੀਤੀ ਨੂੰ ਸਮਝਦੇ ਹੋਏ ਵੀ ਇਸ ਸੰਸਾਰੀ ਸਾਰਾ ਸਮਾਜ ਦੇ ਕਾਨੂੰਨਾਂ ਵਿੱਚ ਬੱਧੇ ਰਹਿੰਦੇ ਹਾਂ। ਸਾਨੂੰ ਬੁਰੇ ਕਰਮਾਂ ਤੋਂ ਨਫ਼ਰਤ ਹੁੰਦੇ ਹੋਏ ਵੀ ਉਹਨਾਂ ਬੁਰੇ ਕਰਮਾਂ ਨੂੰ ਕਰੀ ਜਾਂਦੇ ਹਾਂ। ਇਹ ਸਭ ਬੁਰੇ ਕਰਮ ਸਾਰਾ ਸਮਾਜ ਹੀ ਕਰਵਾ ਰਿਹਾ ਹੈ। ਬਸ ਕੇਵਲ ਔਰ ਕੇਵਲ ਪਰਮੇਸ਼ਰ ਦੀ ਸਰਾਹ ਵਿੱਚ ਰਹਿ ਕੇ ਚੱਲਣ ਦੀ ਆਦਤ ਪਾਓ। ਸਾਨੂੰ ਆਪਣੇ ਆਪ ਨੂੰ ਇੱਕ ਸਰੀਰ ਨਹੀਂ ਆਤਮਾ ਸਮਝਣਾ ਚਾਹੀਦਾ ਹੈ। ਇਹ ਜਿਹੜਾ ਸਰੀਰ ਹੈ ਸਾਡਾ, ਇਹ ਇੱਕ ਚਰਚ ਹੈ, ਇਹ ਇੱਕ ਮੰਦਿਰ ਹੈ, ਮਸਜਿਦ ਹੈ, ਗੁਰਦੁਆਰਾ ਹੈ। ਇਸ ਵਿੱਚ ਵਾਸ ਸਾਡੀ ਆਤਮਾ ਕਰ ਰਹੀ ਹੈ। ਇਹ ਆਤਮਾ ਦੇ ਰਹਿਣ ਲਈ ਇੱਕ ਘਰ ਹੈ ਔਰ ਇਸ ਸਰੀਰ ਰੂਪੀ ਘਰ ਵਿੱਚ ਰਹਿੰਦੀ ਹੋਈ ਹੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਵਾਉਣਾ ਹੈ। ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਵਾਉਣਾ ਹੈ, ਰੂਹ ਦਾ ਰੱਬ ਨਾਲ ਮਿਲਾਪ ਕਰਵਾਉਣਾ ਹੈ। ਮਤੀ 19 ਵਿੱਚ ਲਿਖਿਆ ਹੈ ਕਿ ਜਿਹੜੀ ਭਲਾਈ ਮੈਂ ਕਰਨਾ ਚਾਹੁੰਦਾ ਹਾਂ ਉਹ ਨਹੀਂ ਕਰਦਾ, ਸਗੋਂ ਜਿਹੜੀ ਬੁਰਾਈ ਮੈਂ ਨਹੀਂ ਚਾਹੁੰਦਾ ਸੋ ਹੀ ਕਰਦਾ ਹਾਂ। ਪਰ ਅਸੀਂ ਇਸ ਦੇ ਉਲਟ ਚੱਲਣਾ ਹੈ। ਜਿਹੜੀ ਭਲਾਈ ਕਰਨੀ ਹੈ ਉਹ ਕਰਨੀ ਹੈ, ਜਿਹੜੀ ਬੁਰਾਈ ਨਹੀਂ ਕਰਨੀ ਤਾਂ ਨਹੀਂ ਕਰਨੀ ਹੈ। We always do good, not bad. ਮਤੀ 21 ਵਿੱਚ ਹੈ, ਮੈਂ ਇਹ ਕਾਨੂੰਨ ਦੇਖਦਾ ਹਾਂ, ਜਦ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਬੁਰਾਈ ਹਾਜ਼ਰ ਹੁੰਦੀ ਹੈ। ਅਸੀਂ ਪੂਰੀ ਚੇਤਨਾ ਸਹਿਤ ਵਿਦ ਫੁਲੀ ਕੌਨਸ਼ੀਅਸਨੈਸ ਨਾਲ ਆਪਣਾ ਜੀਵਨ ਬਤੀਤ ਕਰਨਾ ਹੈ। ਬੁਰੇ ਕਰਮਾਂ ਤੋਂ ਬਚਣਾ ਹੈ ਔਰ ਭਲੇ ਕਰਮ ਭਾਵ ਭਜਨ ਸਿਮਰਨ ਕਰਨ ਵਿੱਚ ਲੱਗੇ ਰਹਿਣਾ ਹੈ। ਸਾਡੇ ਅੰਦਰ ਸਾਡੀ ਆਤਮਾ ਜਿਹੜੀ ਰੂਹ, ਜਿਸ ਨੂੰ ਮਤੀ 22 ਵਿੱਚ ਪੁਰਸ਼ ਕਿਹਾ ਹੈ, ਦੇ ਅਨੁਸਾਰ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਕੇ ਆਨੰਦਿਤ ਕਰਨਾ ਹੈ। ਰੂਹ ਰੱਬ ਨੂੰ ਮਿਲ ਕੇ, ਆਤਮਾ ਪਰਮਾਤਮਾ ਨੂੰ ਮਿਲ ਕੇ ਹੀ ਆਨੰਦਿਤ ਹੁੰਦੀ ਹੈ। ਮਤੀ 23 ਅਨੁਸਾਰ ਸਾਡੇ ਮੋਢਿਆਂ ਉੱਪਰ ਦੋ ਚਿੱਤਰਗੁਪਤ ਬੈਠੇ ਹੋਏ ਹਨ ਜੋ ਸਾਨੂੰ ਦੋ ਚਿੱਤੀ ਵਿੱਚ ਪਾਈ ਰੱਖਦੇ ਹਨ। ਪਰ ਅਸੀਂ ਠੀਕ ਵਾਲੇ ਚਿੱਤਰਗੁਪਤ ਭਾਵ ਭਲਾਈ ਵੱਲ ਧਿਆਨ ਕਰਕੇ ਪਰਮੇਸ਼ਰ ਦਾ ਸਿਮਰਨ ਕਰਦੇ ਹੋਏ ਭਾਗਾਂ ਵਾਲੇ ਇਨਸਾਨ ਬਣਨਾ ਹੈ ਔਰ ਇਸ ਸਰੀਰ ਔਰ ਸੰਸਾਰ ਦੇ ਆਵਾਗਮਨ ਦੇ ਚੱਕਰ ਤੋਂ ਬਚਣਾ ਹੈ। ਸਾਨੂੰ ਪ੍ਰਭੂ ਯਿਸੂ ਮਸੀਹ ਦਾ ਹਰ ਵਕਤ ਆਪਣੇ ਹਿਰਦੇ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਇਤਨੇ ਸੁੰਦਰ ਅਤੇ ਸ਼ੁਭ ਬਚਨਾਂ ਨਾਲ ਸਾਡੇ ਹਿਰਦਿਆਂ ਨੂੰ ਸ਼ਾਂਤ ਕਰਦੇ ਹਨ। ਸਾਨੂੰ ਆਪਣੀ ਬੁੱਧ ਨਾਲ ਹਮੇਸ਼ਾ ਪਰਮੇਸ਼ਰ ਯਿਸੂ ਮਸੀਹ ਦੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਇਸ ਸਰੀਰ ਨਾਲ ਸਾਧ ਸੰਗਤ ਦੀ ਸੇਵਾ, ਸਾਨੂੰ ਕਲੀਸਿਆ ਕਰਨਾ ਚਾਹੀਦਾ ਹੈ। ਸਾਨੂੰ ਸਾਧ ਸੰਗਤ ਦੀ ਸੇਵਾ ਕਰਨੀ ਚਾਹੀਦਾ ਹੈ ਔਰ ਸਮਾਜ ਵਿੱਚ ਇਸ ਦੀ ਰਜਾ, ਇਸ ਸਿੱਖ ਦੀ ਰਜਾ ਵਿੱਚ ਰਹਿ ਕੇ ਗੁਜ਼ਾਰਾ ਕਰਨਾ ਚਾਹੀਦਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ।